Good morning, students. I am Amita, your biology teacher. Students, today we are again discussing Mendelian disorders. We have already read in the previous lecture a Mendelian disorder, color blindness. Today we are going to study hemophilia, a bleeder disorder. Students, hemophilia is called a bleeding disorder. Why? Because whenever unfortunately a cut or some injury happened, you find across an injury or cut on your finger, blood oozes out, bleeding happens. And in case of hemophilia, the bleeding will never stop. ਜਦੋਂ ਵੀ ਸਾਡੇ ਕਿਸੇ ਬੋਡੀ ਪਾਰਟ ਤੇ ਸਪੋਜ਼ ਫਿੰਗਰ ਦੇ ਉੱਪਰ ਕੋਈ ਕੱਟ ਲੱਗਦਾ ਹੈ, ਕੋਈ ਬਲੇਡ ਲੱਗ ਜਾਂਦਾ ਹੈ, ਤਾਂ ਸਾਡੇ ਜਿਹੜਾ ਹੈ ਆਫਟਰ ਫਿਊ ਮਿੰਟਸ ਬਲੱਡ ਆਟੋਮੈਟਿਕਲੀ ਸਟਾਪਸ, ਬਲੱਡ ਸਟਾਪ ਹੋ ਜਾਂਦਾ ਹੈ। ਔਰ ਉਹਦੀ ਜਗ੍ਹਾ ਤੇ ਕੁਝ ਦਿਨਾਂ ਬਾਅਦ ਉਹਦੇ ਉੱਤੇ ਇੱਕ ਸਕੈਬ ਫਾਰਮੇਸ਼ਨ, ਇੱਕ ਪੱਪੜੀ ਜਿਹੀ ਜੰਮ ਜਾਂਦੀ ਹੈ। ਦੈਟ ਇਜ਼ ਨਾਰਮਲ। ਬਟ ਇਨ ਕੇਸ ਆਫ ਹੀਮੋਫੀਲੀਆ ਦ ਬਲੱਡ ਵਿਲ ਨੈਵਰ ਸਟਾਪ। ਇੱਕ ਛੋਟੀ ਜਿਹੀ ਇੰਜਰੀ ਹੋਈ ਹੈ, ਉਹਦੇ ਤੇ ਬਲੀਡਿੰਗ ਹੋਈ ਹੈ ਔਰ ਬਹੁਤ ਸਾਰਾ ਬਲੱਡ ਲਾਸ ਹੋ ਜਾਏਗਾ, ਬਿਕੋਜ਼ ਦੈਟ ਪਰਸਨ ਹੈਜ਼ ਹੀਮੋਫੀਲੀਆ। ਇਟ ਇਜ਼ ਕਾਲਡ ਰਾਇਲ ਡਿਜ਼ੀਜ਼। ਜਦੋਂ ਵੀ ਅਸੀਂ ਹੀਮੋਫੀਲੀਆ ਦੀ ਗੱਲ ਕਰਾਂਗੇ, ਅਸੀਂ ਇਸ ਨੂੰ ਰਾਇਲ ਡਿਜ਼ੀਜ਼ ਕਹਾਂਗੇ। ਬੇਟੇ ਬੁੱਕ ਦੇ ਵਿੱਚ ਵੀ ਮੈਂਸ਼ਨ ਹੈ। ਵਾਈ ਇਟ ਇਜ਼ ਕਾਲਡ ਰਾਇਲ ਡਿਜ਼ੀਜ਼? ਕਿਉਂਕਿ ਇਨ 1837 ਕੁਈਨ ਵਿਕਟੋਰੀਆ, ਉਹਨੂੰ ਇਹ ਡਿਜ਼ੀਜ਼ ਹੈ ਜਿਹੜਾ ਉਹਦੇ ਵਿੱਚ ਡਿਸਆਰਡਰ ਪਾਇਆ ਗਿਆ ਸੀ। ਐਂਡ ਫॉर several generation she passed this disorder to her subsequent generations। ਜਨਰੇਸ਼ਨ ਆਫਟਰ ਜਨਰੇਸ਼ਨ ਰਾਇਲ ਫੈਮਿਲੀ ਦੇ ਵਿੱਚ ਹੀਮੋਫੀਲੀਆ ਜਿਹੜਾ ਟਰਾਂਸਫਰ ਹੁੰਦਾ ਰਿਹਾ, ਕਿਉਂਕਿ ਬਲੱਡ ਦੇ ਵਿੱਚ ਜੰਮਦਾ ਨਹੀਂ ਹੈ, ਬਲੱਡ ਕੋਆਗੂਲੇਟ ਨਹੀਂ ਹੁੰਦਾ, ਜਿਸ ਨੂੰ ਹੀਮੋਫੀਲੀਆ ਹੈ। ਇਟ ਇਜ਼ ਆਲਸੋ ਕਾਲਡ ਬਲੱਡ ਕੋਆਗੂਲੇਸ਼ਨ ਡਿਸਆਰਡਰ। ਸੋ ਹੀਮ ਮੀਨਸ ਬਲੱਡ, ਤਾਂ somehow this disorder is related to blood। and blood ਦੀ ਕਿਹੜੀ ਪ੍ਰੋਬਲਮ? ਕਿ ਬਲੱਡ ਕੋਆਗੂਲੇਟ ਨਹੀਂ ਹੁੰਦਾ, ਬਲੱਡ ਦੀ ਕਲੌਟਿੰਗ ਨਹੀਂ ਹੁੰਦੀ, ਬਲੱਡ ਜਿਹੜਾ ਹੈ ਜੰਮਦਾ ਨਹੀਂ ਹੈ। ਹੀਮੋਫੀਲੀਆ ਕਾਜ਼, what are the reasons of ਹੀਮੋਫੀਲੀਆ? ਇਸ ਡਿਸਆਰਡਰ ਦੇ ਕੀ ਰੀਜ਼ਨ ਨੇ? ਬੇਟੇ ਬਲੱਡ ਦੇ ਵਿੱਚ ਕਈ ਤਰ੍ਹਾਂ ਦੇ ਕਲੌਟਿੰਗ ਫੈਕਟਰਸ, ਕੋਆਗੂਲੇਸ਼ਨ ਫੈਕਟਰਸ ਪਾਏ ਜਾਂਦੇ ਨੇ। ਆਲਮੋਸਟ ਦੇਰ ਆਰ 13 ਬਲੱਡ ਕਲੌਟਿੰਗ ਫੈਕਟਰਸ ਇਨ ਆਵਰ ਬਲੱਡ, ਜਿਹੜੇ ਕਿ ਬਲੱਡ ਨੂੰ ਕੋਆਗੂਲੇਸ਼ਨ ਵਿੱਚ ਹੈਲਪ ਕਰਦੇ ਨੇ। ਐਂਡ ਥੀਸ ਕੋਆਗੂਲੇਸ਼ਨ ਫੈਕਟਰਸ ਆਰ ਪ੍ਰੋਟੀਨਸ। ਇਹਨਾਂ 13 ਬਲੱਡ ਕੋਆਗੂਲੇਸ਼ਨ ਫੈਕਟਰਸ ਦੇ ਵਿੱਚੋਂ ਅਗਰ ਕਿਸੇ ਵੀ ਇੱਕ ਜਾਂ ਦੋ ਕੋਆਗੂਲੇਸ਼ਨ ਫੈਕਟਰ ਦੀ ਜਿਹੜੀ ਐਕਟੀਵਿਟੀ ਹੈ ਉਹ ਇੰਪੇਅਰਡ ਹੋ ਗਈ, ਰਿਡਿਊਸ ਹੋ ਗਈ, ਜਾਂ ਉਹਦੇ ਵਿੱਚ ਕੋਈ ਪ੍ਰੋਬਲਮ ਹੋ ਗਈ, ਤਾਂ ਬਲੱਡ ਕੋਆਗੂਲੇਸ਼ਨ ਦੇ ਵਿੱਚ ਵੀ ਆਟੋਮੈਟਿਕਲੀ ਪ੍ਰੋਬਲਮ ਆਏਗੀ। ਔਰ ਅਸੀਂ ਕਹਾਂਗੇ ਕਿ ਕਿਸੇ ਵੀ ਜਿਹੜੇ ਇੰਡੀਵਿਜੂਅਲ ਦੇ ਵਿੱਚ ਇਹਨਾਂ ਕਲੌਟਿੰਗ ਫੈਕਟਰਸ ਦੀ ਐਕਟੀਵਿਟੀ ਘੱਟ ਹੈ, ਤਾਂ ਉਹ ਪਰਸਨ ਨੂੰ ਹੀਮੋਫੀਲੀਆ ਹੋ ਸਕਦਾ ਹੈ। ਹੁਣ ਇਹਦੀ ਐਕਟੀਵਿਟੀ ਘੱਟ ਕਿਉਂਕਿ ਇਹਨਾਂ ਪ੍ਰੋਟੀਨਸ ਦੀ ਐਕਟੀਵਿਟੀ, ਕੋਆਗੂਲੇਸ਼ਨ ਫੈਕਟਰਸ ਦੀ ਐਕਟੀਵਿਟੀ ਵਿੱਚ ਪ੍ਰੋਬਲਮ ਕਿਉਂ ਆਈ? ਬਿਕੋਜ਼ ਇਟ ਇਜ਼ ਅ ਜੈਨੇਟਿਕ ਡਿਸਆਰਡਰ। ਇਹ ਜੀਨਸ ਦੇ ਵਿੱਚ ਮਿਊਟੇਸ਼ਨਸ ਦੇ ਕਰਕੇ ਹੁੰਦਾ ਹੈ, ਐਲੀਲਸ ਦੇ ਵਿੱਚ ਮਿਊਟੇਸ਼ਨ ਦੇ ਕਰਕੇ ਹੁੰਦਾ ਹੈ। ਔਰ ਇਹ ਜੀਨਸ ਦੇ ਆਰ ਪ੍ਰੈਜ਼ੈਂਟ ਔਨ ਸੈਕਸ ਕ੍ਰੋਮੋਸੋਮ, on X chromosome especially। So it is called sex-linked recessive inheritance। ਤੁਸੀਂ ਦੇਖ ਸਕਦੇ ਹੋ ਕਿ ਫੀਮੇਲ ਦੇ ਵਿੱਚ 2 ਐਕਸ ਕ੍ਰੋਮੋਸੋਮ ਹੁੰਦੇ ਨੇ, ਇਹਨਾਂ ਵਿੱਚੋਂ ਕਿਸੇ ਦੇ ਉੱਤੇ ਮਿਊਟੇਟਡ ਜੀਨ ਹੋਏਗਾ ਰਿਸਪੌਂਸਿਬਲ ਫॉर ਹੀਮੋਫੀਲੀਆ। ਮੇਲ ਦੇ ਵਿੱਚ 1 ਐਕਸ ਕ੍ਰੋਮੋਸੋਮ ਹੁੰਦਾ, ਤਾਂ ਐਸ ਕ੍ਰੋਮੋਸੋਮ ਦੇ ਉੱਤੇ ਵੀ ਮਿਊਟੇਟਡ ਜੀਨ ਪ੍ਰੈਜ਼ੈਂਟ ਹੋ ਸਕਦਾ ਹੈ। ਸੋ ਇਟ ਇਜ਼ ਕਾਲਡ ਸੈਕਸ ਲਿੰਕ ਰਿਸੈਸਿਵ ਇਨਹੈਰੀਟੈਂਸ। ਹੁਣ ਐਕਸ ਕ੍ਰੋਮੋਸੋਮ ਦੇ ਉੱਤੇ ਯੂ ਕੈਨ ਸੀ ਦਿਸ ਮਿਊਟੇਟਡ ਜੀਨ ਇੱਕ ਐਕਸ ਕ੍ਰੋਮੋਸੋਮਸ ਦੇ ਉੱਤੇ ਪਿਆ, ਔਰ ਫੀਮੇਲ ਦੇ ਇੱਕ ਐਕਸ ਕ੍ਰੋਮੋਸੋਮ ਦੇ ਉੱਤੇ ਪਿਆ, ਦੈਟ ਫੀਮੇਲ ਵਿਲ ਬੀ ਕਰੀਅਰ ਫੀਮੇਲ। ਅਗਰ ਮੇਲ ਦੇ, ਕਿਉਂਕਿ ਮੇਲ ਦੇ ਵਿੱਚ ਇੱਕੋ ਹੀ ਐਕਸ ਕ੍ਰੋਮੋਸੋਮ ਹੁੰਦਾ, ਦੂਸਰਾ ਵਾਈ ਹੁੰਦਾ, ਸੋ ਇਹਦੇ ਅਗਰ ਐਕਸ ਕ੍ਰੋਮੋਸੋਮਸ ਦੇ ਉੱਤੇ, ਮੇਲ ਦੇ ਐਕਸ ਕ੍ਰੋਮੋਸੋਮ ਦੇ ਉੱਤੇ ਮਿਊਟੇਟਡ ਜੀਨ ਹੈ, ਦੈਟ ਵਿਲ ਬੀ ਅਫੈਕਟਿਡ ਮੇਲ, ਦੈਟ ਵਿਲ ਬੀ ਹੀਮੋਫਿਲਿਕ ਮੇਲ, ਦੈਟ ਵਿਲ ਬੀ ਡਿਸੀਜ਼ਡ ਮੇਲ। ਹੁਣ ਅਸੀਂ ਦੇਖਦੇ ਹਾਂ ਕਿ ਸੈਕਸ ਲਿੰਕ ਇਨਹੈਰੀਟੈਂਸ ਦੇ ਵਿੱਚ ਅਸੀਂ ਕਰੀਅਰ ਕਿਸ ਨੂੰ ਕਹਿੰਦੇ ਹਾਂ ਔਰ ਅਫੈਕਟਡ ਕਿਸ ਨੂੰ ਕਹਿੰਦੇ ਹਾਂ। Career for any disorder means the individual will carry the mutated gene, but the effects of mutations are not shown by that particular individual। ਉਹਦੇ ਉੱਤੇ ਮਿਊਟੇਟਡ ਜੀਨ ਪਿਆ ਹੈ, ਵਨ ਆਫ ਦ ਰਿਸੈਸਿਵ ਐਕਸ ਕ੍ਰੋਮੋਸੋਮਸ ਦੇ ਉੱਤੇ ਮਿਊਟੇਟਡ ਜੀਨ ਪਿਆ ਹੈ, ਲੇਕਿਨ the effect of that mutated, that abnormal gene will be cancelled out by the normal gene, normal allele present on the dominant chromosome।
ਸੋ ਉਹ ਫੀਮੇਲ ਹੋਏਗੀ ਜਿਹੜੀ ਉਹ ਕਰੀਅਰ ਹੋਏਗੀ, ਕਿਉਂਕਿ ਇਹ ਵਾਲਾ ਜਿਹੜਾ ਦੂਸਰਾ ਡੋਮੀਨੈਂਟ ਐਕਸ ਕ੍ਰੋਮੋਸੋਮ ਹੈ ਇਟ ਵਿਲ ਪ੍ਰੋਟੈਕਟ ਦ ਇੰਡੀਵਿਜੂਅਲ। ਕਲੀਅਰ? ਲੇਕਿਨ ਮੇਲ ਦੇ ਵਿੱਚ ਇੱਕ ਐਕਸ ਕ੍ਰੋਮੋਸੋਮਸ ਹੈ, ਉਹਦੇ ਉੱਤੇ ਮਿਊਟੇਟਡ ਜੀਨ ਹੈ, ਦੇयर इज नो अनदर डोमिनेंट एक्स क्रोमोसोम टू कैंसल आउट द इफेक्ट ऑफ दैट abnormal gene, so males are more affected than females। ਹੁਣ ਇਹਦੇ 'ਚ ਤੁਸੀਂ ਦੇਖ ਲਿਓ ਕਿ ਫੀਮੇਲ ਕੈਨ ਬੀ ਅਫੈਕਟਿਡ, ਫੀਮੇਲ ਕੈਨ ਬੀ ਹੀਮੋਫਿਲਿਕ, ਬਟ ਦਾ ਕੰਡੀਸ਼ਨ ਕਿ ਉਹਦੇ ਦੋਨਾਂ ਐਕਸ ਕ੍ਰੋਮੋਸੋਮਸ ਦੇ ਉੱਤੇ ਮਿਊਟੇਟਡ ਜੀਨ ਹੋਣਾ ਚਾਹੀਦਾ ਹੈ। ਇੱਥੇ ਅਸੀਂ ਉਹ ਐਬਨੋਰਮਲ ਜੀਨ ਨੂੰ ਐਚ ਦੇ ਨਾਲ ਡਿਨੋਟ ਕੀਤਾ ਹੈ। ਸੋ XH ਮੀਨ ਦਾ ਫੀਮੇਲ ਇਜ਼ ਹੋਮੋਜ਼ਾਈਗਸ ਫॉर दैट पर्टिकुलर ट्रेट, ਉਦੋਂ ਹੀ ਉਸ ਨੂੰ ਹੀਮੋਫਿਲੀਆ ਹੋ ਸਕਦਾ ਹੈ। We have already discussed कि males are more affected because there is only one X chromosome, ਉਹਦੇ ਉੱਤੇ mutated gene ਹੋ ਸਕਦਾ ਹੈ ਔਰ ਉਹ ਆਪਣਾ ਇਫੈਕਟ ਹੈ ਜਿਹੜਾ show 100% अपना इफेक्ट तो शो करेगा। सो मेल्स आर मोर हीमोफिलिक दैन फीमेल्स। स्टूडेंट्स, नाउ लेट्स टॉक अबाउट द ट्रीटमेंट ऑफ हीमोफिलिया कि अगर किसी को हीमोफिलिया है तो उसकी की ट्रीटमेंट हो सकती है। देयर इज़ नो परमानेंट क्योर फॉर हीमोफिलिया। अगर किसी को हीमोफिलिया है, ਉਹਦਾ एक्सीडेंट हो गया, ਉਹਦੀ ब्लीडिंग बहुत ज़्यादा हो रही है, क्योंकि ब्लड क्लॉट तो करेगा नहीं, तो ब्लड विल कंटिन्यूसली कम आउट फ्रॉम द बॉडी, तो उन्होंने फिर ब्लड ट्रांसफ्यूजन करनी पेगी ताकि ਉਹਦੀ बॉडी ਦੇ ਵਿੱਚ ਜਿਹੜਾ ब्लड लॉस ਹੋਇਆ ਉਸ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। सो ब्लड ट्रांसफ्यूजन कैन बी टेम्पररी रिलीफ बट नॉट द परमानेंट क्योर। नाउ लेट्स टॉक अबाउट सम क्रॉसेस, ਪੈਡੀਗਰੀ ਐਨਾਲਿਸਿਸ ਦੇਖੀਏ ਕਿ ਇਹ ਕਿਸ ਤਰ੍ਹਾਂ ਦੇ ਨਾਲ ਜਨਰੇਸ਼ਨ ਆਫਟਰ ਜਨਰੇਸ਼ਨ ट्रांसफर होता है। सो लेट्स कम टू द फर्स्ट सिनेरियो, केस 1, नॉर्मल फादर एंड अफेक्टेड मदर। नाउ फादर इज़ नॉर्मल, फादर नॉर्मल है तो मतलब ਉਹਦੇ ਉੱਤੇ ਕੋਈ ਵੀ जीन नहीं होएगा म्यूटेटेड। मदर इज़ अफेक्टेड, अफेक्टेड मीनस नाउ द मदर इज़ हीमोफिलिक। अगर मदर करियर होंगी तो असी स्पैशल करियर लिखते। इट इज़ अफेक्टेड, अफेक्टेड मीनस कि शी हैज़ म्यूटेटेड जीन on one of its X chromosome। Clear? Now let's make cross to understand the progeny. Father is normal, so gametes are XY, X and Y. Mother is affected, XH, XH। Cross X with this XH, cross Y this Y, cross X with this female gamete which has the mutated gene, this X chromosome carrying the mutated gene Y। Now you can see XXH and XXH, these two females will be carrier and these two males will be affected, they are hemophilic, they are deceased। So 50% will be carrier females and 50% will be affected males। Now second scenario, affected father। Now the father has affected allele on one of its X chromosome and mother is normal। So in the similar way ਤੁਸੀਂ ਇਹਨਾਂ ਦੇ gametes बनाने ने, पुनेट स्केल ड्रॉ करना है और प्रोजनी की परसेंटेज निकालनी है। तुसी ये परसेंटेज निकाल के मैंने लिंक के ऊपर सॉल्व करके भेजोगे। थर्ड सिनेरियो, फादर इज़ नॉर्मल बट मदर इज़ carrier, it has only one mutated gene on one of its X chromosome। Try to solve it also, find out the progeny, find out the genotype and phenotype। Scenario number 4, affected father, father is diseased, father is hemophilic, so he has one of the mutated gene on its X chromosome and mother is also affected, mother is homozygous for that trait। This condition is very serious। Try to find out कि किन्ने दे विच affected होंगे, किन्ने दे विच carrier होंगे, किन्ने दे विच normal होंगे males and females। So students, this is all about हीमोफिलिया। आई होप कि तुसी इसनू अच्छे तरीके दे नाल लर्न कर लिया होएगा। अगर तुहानू किसी भी चीज़ का डाउट है तो यू कैन सी द वीडियो अगेन एंड